ਵਾਹਿਗੁਰੂ। ਸਤਿਨਾਮ। ਵਾਹਿਗੁਰੂ ਸਾਹਿਬ ਜੀਓ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ੍ਹ ਤੋੜਿਆ। ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂਓ। ਕਾਮ ਕ੍ਰੋਧ ਵਿਕਰਾਲ ਤਿਨੈ ਬਿਦਾਰੂਓ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ। ਜਿਤਾ ਜਨਮ ਅਪਾਰ ਆਪ ਪਛਾਨਿਆ। ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇ। ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਦ। ਸ਼ਸ਼ੈ ਛਾਇਆ ਵਰਤੀ ਸਭ ਅੰਤਰ। ਤੇਰਾ ਕੀਆ ਭਰਮ ਹੁਆ। ਭਰਮ ਉਪਾਏ ਭੁਲਾਇਨ ਆਪੇ। ਤੇਰਾ ਕਰਮ ਹੁਆ ਤਿਨ ਗੁਰੂ ਮਿਲਿਆ। ਭਰਮ ਉਪਾਏ ਭੁਲਾਇਨ ਆਪੇ। ਤੇਰਾ ਕਰਮ ਹੁਆ ਤਿਨ ਗੁਰੂ ਮਿਲਿਆ। ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਸੁੱਖਾਂ ਦੇ ਸਾਗਰ, ਆਤਮਿਕ ਜੀਵਨ ਦੇ ਸੋਮੇ, ਪਰਮ ਕਿਰਪਾਲੂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਨ ਦੇ ਕਾਬਲ ਹੋ ਸਕੇ ਹਾਂ। ਆਓ ਗੁਰੂ ਸਵਾਰਿਓ, ਜੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੱਟੀ, ਜੋ ਕਿ ਆਸਾ ਰਾਗ ਦੇ ਵਿੱਚ ਸੁਭਾਇਮਾਨ ਹੈ, ਇਸ ਪਾਵਨ ਬਾਣੀ ਦੀ ਵਿਚਾਰ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ। ਉਸੇ ਲੜੀ ਦੇ ਮੁਤਾਬਕ ਜੋ ਅੱਜ ਦਾ ਪਾਵਨ ਵਚਨ ਸ਼ਸ਼ੈ ਛਾਇਆ ਵਰਤੀ ਸਭ ਅੰਤਰ। ਤੇਰਾ ਕੀਆ ਭਰਮ ਹੋਆ। ਭਰਮ ਉਪਾਏ ਭੁਲਾਇਨ ਆਪੇ। ਤੇਰਾ ਕਰਮ ਹੋਵਾ ਤਿਨ ਗੁਰੂ ਮਿਲਿਆ। ਸਤਿਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਨੇ ਜਿੱਥੇ ਜੀਵ ਪੈਦਾ ਕੀਤਾ ਹੈ, ਇਸ ਸੰਸਾਰ ਨੂੰ ਪੈਦਾ ਕੀਤਾ ਹੈ, ਉੱਥੇ ਨਾਲ ਮਾਇਆ ਵੀ ਪੈਦਾ ਕੀਤੀ ਹੈ। ਤੇ ਮਾਇਆ ਨੂੰ ਸਤਿਗੁਰਾਂ ਨੇ ਭਰਮ ਵੀ ਕਿਹਾ ਹੈ। ਆਪ ਹੀ ਉਸਨੇ ਪੈਦਾ ਕੀਤੀ ਹੈ, ਆਪ ਹੀ ਪੈਦਾ ਕੀਤੇ ਹੋਏ ਜੀਵ ਨੂੰ ਇਸ ਮਾਇਆ ਦੇ ਮੋਹ ਦੇ ਵਿੱਚ ਫਸਾ ਦਿੱਤਾ ਹੈ। ਆਪ ਹੀ ਇਹਦੇ ਵਿੱਚੋਂ ਕੱਢਣ ਵਾਲਾ ਹੈ। ਜਿਹਦੇ ਉੱਤੇ ਉਹਦੀ ਕਿਰਪਾ ਹੁੰਦੀ ਹੈ, ਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਤੇ ਗੁਰੂ ਕਿਰਪਾ ਕਰਕੇ ਇਸ ਮਾਇਆ ਦੇ ਭਰਮ ਜਾਲ ਦੇ ਵਿੱਚੋਂ ਜੀਵ ਨੂੰ ਕੱਢ ਲੈਂਦਾ ਹੈ।
ਸਤਿਗੁਰੂ ਜੀ ਕੀ ਸਮਝਾ ਰਹੇ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ, ਇਹ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦਸਮ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਜਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਤਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਮਝਾਉਣ ਦਾ ਢੰਗ ਜਿਹੜਾ ਹੈ ਨਾ, ਬਿਲਕੁਲ ਨਿਰਾਲਾ ਹੈ। ਐਸਾ ਢੰਗ ਅੱਜ ਤੱਕ ਨਾ ਤਾਂ ਕਿਸੇ ਨੇ ਅਪਣਾਇਆ ਤੇ ਨਾ ਹੀ ਮੇਰੇ ਖਿਆਲ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਪਣਾਏਗਾ। ਇੱਕ ਹੁੰਦਾ ਹੈ ਜਾ ਕੇ ਸਿੱਧਾ ਕਿਸੇ ਇਨਸਾਨ ਨੂੰ ਬੋਲ ਦੇਣਾ, ਕੁਝ ਗਲਤ ਹੁੰਦਾ ਪਿਆ ਉਹਨੂੰ ਸਿੱਧਾ ਜਾ ਕੇ ਕਹਿ ਦੇਣਾ। ਇੱਕ ਹੁੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਐਸਾ ਕੁਝ ਕਰਨਾ ਕਿ ਉਹਦਾ ਧਿਆਨ ਆਪਣੇ ਆਪ ਹੀ ਖਿੱਚਿਆ ਜਾਏ, ਤੇ ਜਦੋਂ ਉਹਦਾ ਧਿਆਨ ਉਹਦੀ ਅਟਰੈਕਸ਼ਨ ਤੁਹਾਡੇ ਵੱਲ ਹੋਏਗੀ ਤੇ ਫਿਰ ਉਸ ਨੂੰ ਜੋ ਉਹ ਕਰ ਰਿਹਾ ਸੀ ਉਹਦੇ ਬਾਰੇ ਸਮਝਾਉਣਾ ਸੌਖਾ ਹੋ ਜਾਂਦਾ ਹੈ। ਇਹਨੂੰ ਸੌਖਾ ਸਮਝਣਾ ਹੋਵੇ ਤੇ ਆਪਣਾ ਧਿਆਨ ਕੁਰੂਕਸ਼ੇਤਰ ਦੀ ਧਰਤੀ ਤੇ ਲੈ ਕੇ ਜਾਈਏ, ਜਿੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਹੈ ਨਾ। ਤੇ ਲੋਕ ਜਿਹੜੇ ਨੇ ਉਹ ਕੀ ਹੈ ਜੀ, ਸੂਰਜ ਨੂੰ ਪਾਣੀ ਵੀ ਦਿੰਦੇ ਨੇ, ਤੁਹਾਨੂੰ ਪਤਾ ਹੈ ਅੱਜ ਵੀ ਲੋਕ ਦਿੰਦੇ ਨੇ ਪਾਣੀ ਸੂਰਜ ਨੂੰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇਖਦੇ ਪਏ ਨੇ ਕਿ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਪਾਣੀ ਦੇ ਰਹੇ ਨੇ ਸੂਰਜ ਨੂੰ। ਹੁਣ ਜੇਕਰ ਸਿੱਧਾ ਜਾ ਕੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਰੋਕਦੇ ਤੇ ਹੋ ਸਕਦਾ ਸੀ ਕਿ ਉਹ ਗੱਲ ਨਾ ਸੁਣਦੇ ਗੁਰੂ ਨਾਨਕ ਸਾਹਿਬ ਦੀ। ਤੇ ਗੁਰੂ ਸਾਹਿਬ ਨੇ ਕੀ ਕੀਤਾ ਹੈ ਕਿ ਆਪ ਉਹਨਾਂ ਨੇ ਪੱਛਮ ਵੱਲ, ਈਸਟ ਵੱਲ ਮੂੰਹ ਕਰਕੇ, ਸਾਖੀ ਤੁਹਾਨੂੰ ਯਾਦ, ਮੈਂ ਜਿਹੜਾ ਪੁਆਇੰਟ ਇਹਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਗੁਰੂ ਸਾਹਿਬ ਆ ਪੱਛਮ ਵੱਲ ਆਪਣਾ ਚਿਹਰਾ ਕਰਕੇ, ਫੇਸ ਕਰਕੇ ਪਾਣੀ ਦੇਣਾ ਸ਼ੁਰੂ ਕਰਦੇ ਆ। ਤੇ ਲੋਕ ਜਿਹੜੇ ਨੇ ਫਿਰ ਉਹ ਇੱਕ ਦੇਖਦਾ ਹੈ, ਦੂਜਾ ਦੇਖਦਾ ਹੈ, ਉਹ ਬਾਕੀ ਦੋ ਹੋਰਾਂ ਨੂੰ ਦੱਸਦੇ ਨੇ ਕਿ ਆਓ ਦੇਖੋ ਕੀ ਕਰ ਰਿਹਾ ਹੈ। ਲੋਕ ਪੂਰਬ ਨੂੰ ਸੂਰਜ ਨੂੰ ਪਾਣੀ ਦਿੰਦੇ ਨੇ ਤੇ ਇਹ ਪੱਛਮ ਨੂੰ ਪਾਣੀ ਦੇ ਰਿਹਾ ਹੈ। ਹੌਲੀ ਹੌਲੀ ਕਈ ਲੋਕਾਂ ਦਾ ਧਿਆਨ ਜਿਹੜਾ ਨਾ ਗੁਰੂ ਨਾਨਕ ਸਾਹਿਬ ਵੱਲ ਚਲਾ ਗਿਆ। ਤੇ ਹੁਣ ਜਦੋਂ ਕਾਫੀ ਲੋਕ ਇਕੱਠੇ ਹੋਏ ਦੇਖਦੇ ਪਏ ਨੇ ਕੋਈ ਅਜੀਬ ਜੀ ਇੱਥੇ ਵਰਤਾਰਾ ਹੋ ਰਿਹਾ ਨਾ, ਕੌਤਕ ਹੋ ਰਿਹਾ, ਅੱਜ ਤੱਕ ਹੋਇਆ ਨਹੀਂ ਸੀ। ਜਿਹੜਾ ਵੀ ਆਉਂਦਾ ਸੀ ਸੂਰਜ ਨੂੰ ਹੀ ਪਾਣੀ ਦਿੰਦਾ ਸੀ। ਫਸਟ ਟਾਈਮ ਉਹਨਾਂ ਨੇ ਦੇਖਿਆ ਕਿ ਕੋਈ ਬੰਦਾ ਪੱਛਮ ਨੂੰ ਸਵੇਰ ਦੇ ਸਮੇਂ ਪਾਣੀ ਦੇ ਰਿਹਾ। ਪੁੱਛਿਆ ਤੇ ਫਿਰ ਕੀ ਦੱਸਿਆ ਸਤਿਗੁਰਾਂ ਨੇ, ਕਹਿੰਦੇ ਮੈਂ ਤਾਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ। ਕਹਿੰਦੇ ਮੂਰਖ ਹੈ, ਐਡੀ ਦੂਰ ਕਿੱਥੋਂ ਜਾਏਗਾ ਪਾਣੀ। ਫਿਰ ਕੀ ਸਮਝਾਇਆ ਗੁਰੂ ਸਾਹਿਬ ਨੇ, ਕਹਿੰਦੇ ਜੇ ਮੇਰਾ ਇੱਥੇ ਦਿੱਤਾ ਹੋਇਆ ਪਾਣੀ ਤਲਵੰਡੀ ਨਹੀਂ ਪਹੁੰਚ ਸਕਦਾ, ਜਿਹੜਾ ਕਿ 300-400 ਕਿਲੋਮੀਟਰ ਵੱਧ ਤੋਂ ਵੱਧ ਹੋਏਗਾ, ਤੇ ਤੁਹਾਡਾ ਇੱਥੇ ਦਿੱਤਾ ਹੋਇਆ ਪਾਣੀ ਉਹ ਹਜ਼ਾਰਾਂ ਲੱਖਾਂ ਕਿਲੋਮੀਟਰ ਦੂਰ ਕਿਵੇਂ ਪਹੁੰਚ ਜਾਏਗਾ। ਇਹ ਕਿਉਂ ਗੁਰੂ ਨਾਨਕ ਸਾਹਿਬ ਨੇ ਇਹ ਕੌਤਕ ਵਰਤਾਇਆ ਉੱਥੇ? ਕਿਉਂਕਿ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਹੈ ਕਿ ਇਹ ਲੋਕ ਭਰਮ ਦੇ ਵਿੱਚ ਫਸੇ ਪਏ ਨੇ। ਭਰਮ, ਸ਼ਸ਼ੈ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਵਾ। ਭਰਮ, ਇਲੂਜ਼ਨ। ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਲੋਕ ਜਿਹੜੇ ਨੇ ਇਹ ਭਰਮਾਂ ਦੇ ਵਿੱਚ ਫਸੇ ਹੋਏ ਨੇ, ਤੇ ਫਿਰ ਉਹਨਾਂ ਭਰਮਾਂ ਨੂੰ ਹੌਲੀ ਹੌਲੀ ਗੁਰੂ ਸਾਹਿਬ ਨੇ ਕੱਟਣਾ ਸ਼ੁਰੂ ਕੀਤਾ ਹੈ। ਇੱਕ ਬਾਣੀ ਦੇ ਵਿੱਚ ਬੜਾ ਪਿਆਰਾ ਵਚਨ ਹੈ ਸਤਿਗੁਰਾਂ ਦਾ, ਕਹਿੰਦੇ ਇਨਸਾਨ ਹੈ ਨਾ, ਜਿਹੜਾ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਉਹ ਇੱਕ ਆਂਡੇ ਦੇ ਵਿੱਚ ਕੈਦ ਹੈ। ਆਂਡਾ ਸਮਝਦੇ, ਐਗ ਦੇ ਵਿੱਚ ਕੈਦ ਹੈ। ਉਹ ਆਂਡਾ ਜਿਸ ਤਰ੍ਹਾਂ ਦੇ ਆਪਾਂ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਘਰਾਂ ਦੇ ਵਿੱਚ ਲਿਆ ਕੇ ਯੂਜ਼ ਕਰਦੇ ਹਾਂ, ਖਾਣੇ, ਉਹ ਨਹੀਂ। ਇਹ ਆਂਡਾ ਕੁਝ ਹੋਰ ਹੈ, ਇਹ ਐਗ ਡਿਫਰੈਂਟ ਹੈ। ਇਹ ਪਤਾ ਕਿਹੜਾ ਹੈ ਜੀ? ਸਤਿਗੁਰਾਂ ਦਾ ਵਚਨ ਹੈ, ਕਹਿੰਦੇ ਫੂਟੋ ਆਂਡਾ ਭਰਮ ਕਾ। ਇਹਦਾ ਮਤਲਬ ਹੈ ਕਿ ਅਸੀਂ ਭਰਮਾਂ ਦੇ ਆਂਡੇ ਦੇ ਵਿੱਚ ਕੈਦ ਹੋਏ ਪਏ ਹਾਂ। ਤੇ ਜਦੋਂ ਤੱਕ ਕੈਦ ਹਾਂ ਉਦੋਂ ਤੱਕ ਅਸੀਂ ਆਜ਼ਾਦੀ ਦਾ ਨਿੱਘ ਨਹੀਂ ਜੇ ਮਾਣ ਸਕਦੇ। ਜਦੋਂ ਤੱਕ ਭਰਮਾਂ ਦੇ ਵਿੱਚ ਕੈਦ ਹਾਂ ਉਦੋਂ ਤੱਕ ਸਾਨੂੰ ਪਤਾ ਨਹੀਂ ਲੱਗੇਗਾ ਕਿ ਸਾਡਾ ਲਾਈਫ ਆਫ ਪਰਪਸ ਕੀ ਹੈ, ਕਾਹਦੇ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਹਾਂ। ਤੇ ਜੇਕਰ ਭਾਈ ਗੁਰਦਾਸ ਜੀ ਨੂੰ ਪੜ੍ਹੀਏ ਤੇ ਭਾਈ ਸਾਹਿਬ ਜੀ ਨੇ ਤੇ ਬੜੀਆਂ ਗੱਲਾਂ ਸਮਝਾ ਦਿੱਤੀਆਂ ਜੀ। ਇੱਕ ਹੀ ਪੌੜੀ ਦੇ ਵਿੱਚ ਉਹ ਕਹਿੰਦੇ ਇਨਸਾਨ ਦੀ ਅੱਜ ਹਾਲਤ ਕੀ ਹੋਈ ਪਈ ਹੈ, ਜਿਸ ਨੂੰ ਪਰਮਾਤਮਾ ਨੇ ਸਰਦਾਰ ਬਣਾ ਕੇ ਭੇਜਿਆ, ਜਿਸ ਨੂੰ ਪਰਮਾਤਮਾ ਨੇ ਇੱਕ ਸਰਦਾਰ ਬਣਾ ਕੇ ਭੇਜਿਆ, ਉਹ ਸਰਦਾਰ ਜਿਹੜਾ ਹੈ ਨਾ ਵੇਖਣ ਨੂੰ ਜ਼ਰੂਰ ਸਰਦਾਰ ਲੱਗ ਰਿਹਾ ਹੈ ਪਰ ਹੈ ਨਹੀਂ। ਹੁਣ ਇੱਥੇ ਸਰਦਾਰ ਦਾ ਮਤਲਬ ਇਹ ਨਾ ਸਮਝਿਓ ਕਿ ਜਿਹਨੇ ਦਸਤਾਰ ਸਜਾਈ ਹੋਈ ਹੈ ਸਿਰ ਤੇ ਉਹ ਸਰਦਾਰ ਨਹੀਂ।
ਇੱਥੇ ਸਰਦਾਰ ਦਾ ਮਤਲਬ ਹੈ ਕਿ ਇਸ ਸ੍ਰਿਸ਼ਟੀ ਦਾ ਸਰਦਾਰ, ਇਹ ਮਨੁੱਖਾ ਜੀਵਨ ਜਿਹੜਾ ਨਾ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਬਾਣੀ ਦੇ ਵਿੱਚ ਸਤਿਗੁਰਾਂ ਨੇ ਕਿਹਾ ਹੈ ਬਾਕੀ ਜਿੰਨੀਆਂ ਵੀ ਜੂਨਾਂ ਨੇ, ਪਸ਼ੂ ਪੰਛੀ ਕੀੜੇ ਮਕੌੜੇ, ਇਹ ਸਾਰੀਆਂ ਹੀ ਮਨੁੱਖ ਤੋਂ ਥੱਲੇ ਨੇ, ਮਨੁੱਖ ਸਰਦਾਰ ਹੈ ਇਹਨਾਂ ਦਾ। ਸਾਹਿਬ ਜੀ ਕਹਿੰਦੇ ਨੇ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੂੰ ਸਰਦਾਰ ਹੈ। ਪਰ ਭਾਈ ਸਾਹਿਬ ਜੀ ਕਹਿੰਦੇ ਹੈ ਤਾਂ ਇਹ ਸਰਦਾਰ ਮਾਲਕ ਨੇ ਬਣਾਇਆ ਹੈ, ਪਰ ਸਰਦਾਰ ਵਾਲੀ ਗੱਲ ਇਹਦੇ ਅੰਦਰ ਹੈ ਕੋਈ ਨਹੀਂ। ਜਿਹੜੀਆਂ ਥੱਲੇ ਜੂਨਾਂ ਨੇ ਨਾ ਉਹ ਇਹਦੇ ਨਾਲੋਂ ਚੰਗੀਆਂ ਨੇ। ਰੀਜ਼ਨ ਭਾਈ ਸਾਹਿਬ ਜੀ ਕਹਿੰਦੇ ਨੇ, ਫਿਰ ਕਹਿੰਦੇ ਸੌਣ ਸਗਣ ਵਿਚਾਰ ਨੇ, 9 ਗ੍ਰਹਿ 12 ਰਾਸ ਵਿਚਾਰਾ, ਇਹ ਸਰਦਾਰ ਪਿਆ ਕਰਦਾ ਜੀ। ਅੱਜ ਤੱਕ ਕੋਈ ਪਸ਼ੂ, ਕੋਈ ਪੰਛੀ, ਕੋਈ ਜਾਨਵਰ, 9 ਗ੍ਰਹਿ। ਹੁਣ ਗ੍ਰਹਿ ਕੀ ਹੈ ਜੀ? ਗ੍ਰਹਿ ਲਫ਼ਜ਼ ਹੈ ਨਾ ਜਿਹੜਾ ਸਾਧ ਸੰਗਤ ਬਾਣੀ ਦੇ ਵਿੱਚੋਂ ਤੁਸੀਂ ਬਹੁਤ ਵਾਰ ਪੜ੍ਹੋਗੇ। ਮੈਂ ਇੱਥੇ ਇੱਕ ਪਲ ਵਾਸਤੇ ਮੈਂ ਇੱਕ ਗੱਲ ਕਹਿ ਦੇਵਾਂ, ਇਹ ਜਿਹੜਾ ਗ੍ਰਹਿ ਲਫ਼ਜ਼ ਹੈ ਨਾ, ਗੱਗੇ ਨੂੰ ਪੈਰ ਚਰਾਰਾ, ਜਿਨ੍ਹਾਂ ਨੂੰ ਗੁਰਮੁਖੀ ਆਂਦੀ ਹੈ, ਜਾਣਦੇ ਨੇ ਲੈਟਰਸ ਗੁਰਮੁਖੀ ਦੇ, ਉਹਨਾਂ ਨੂੰ ਪਤਾ ਹੋਏਗਾ ਗੱਗੇ ਦੇ ਪੈਰ ਚਰਾਰਾ ਤੇ ਹਾਹੇ ਨੂੰ ਸਿਹਾਰੀ ਲੱਗੀ ਹੈ। ਗ੍ਰਹਿ ਇੱਕ ਲਫ਼ਜ਼ ਹੋਰ ਇਹਦੇ ਨਾਲ ਸਿਮਿਲਰ ਆਂਦਾ ਹੈ, ਉੱਥੇ ਗੱਗੇ ਨੂੰ ਵੀ ਸਿਹਾਰੀ ਲੱਗੀ ਹੁੰਦੀ ਹੈ, ਪੈਰ ਚਰਾਰਾ ਵੀ ਹੈ ਤੇ ਹਾਹੇ ਨੂੰ ਵੀ ਸਿਹਾਰੀ ਹੈ। ਅਸੀਂ ਇਹਨਾਂ ਦੋਨਾਂ ਨੂੰ ਹੀ ਗ੍ਰਹਿ ਪੜ੍ਹ ਜਾਂਦੇ ਹਾਂ, ਪਰ ਹੈ ਨਹੀਂ। ਅਸੀਂ ਇਹਨਾਂ ਦੋਨਾਂ ਨੂੰ ਹੀ ਗ੍ਰਹਿ ਪੜ੍ਹ ਜਾਂਦੇ ਹਾਂ, ਪਰ ਹੈ ਨਹੀਂ। ਜਿੱਥੇ ਤੇ ਗੱਗੇ ਨੂੰ ਸਿਹਾਰੀ ਨਹੀਂ ਹੈ ਉਹ ਗ੍ਰਹਿ ਪਲੈਨਟ, ਜਿੱਥੇ ਗੱਗੇ ਨੂੰ ਸਿਹਾਰੀ ਹੈ ਉਹ ਗ੍ਰਹਿ ਘਰ। ਫਰਕ ਹੈ, ਸਮਝੋ ਇਸ ਗੱਲ ਨੂੰ। ਜਿੱਥੇ ਗੱਗੇ ਨੂੰ ਸਿਹਾਰੀ ਹੈ ਗ੍ਰਹਿ ਘਰ, ਜਿੱਥੇ ਹਾਹੇ ਨੂੰ ਕੱਲੀ ਸਿਹਾਰੀ ਹੈ ਗ੍ਰਹਿ ਪਲੈਨਟ। ਫਰਕ ਹੈ ਬੜਾ, ਜ਼ਮੀਨ ਅਸਮਾਨ ਦਾ ਅਰਥਾਂ ਦੇ ਵਿੱਚ ਫਰਕ ਪੈ ਜਾਂਦਾ ਹੈ। ਸੋ ਜਦੋਂ ਬਾਣੀ ਪੜ੍ਹੋ ਧਿਆਨ ਰੱਖਿਆ ਕਰੋ ਕਿ ਕਿਹੜੀ ਮਾਤਰਾ ਲੱਗੀ ਹੈ, ਤੈਨੂੰ ਪੜ੍ਹਨਾ ਕਿਵੇਂ ਹੈ। ਸੋ ਭਾਈ ਸਾਹਿਬ ਜੀ ਕਹਿੰਦੇ ਕਿ ਇਹ ਜਿਹੜੇ ਸਰਦਾਰ ਬਣਾਇਆ ਹੋਇਆ ਹੈ ਪਰਮਾਤਮਾ ਨੇ, ਇਹ ਕੀ ਕਰ ਰਿਹਾ? 9 ਗ੍ਰਹਿ ਪਲੈਨਟਸ ਜਿਹੜੇ ਨੇ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਬੁੱਧ, ਸ਼ਨੀ, ਸ਼ੁੱਕਰ ਕਹਿ ਦਿੱਤਾ ਜਾਂਦਾ ਹੈ ਨਾ ਜੀ। ਭਾਈ ਸਾਹਿਬ ਜੀ ਕਹਿੰਦੇ ਹੈ ਤਾਂ ਉਹ ਪਲੈਨਟ, ਹੈ ਤਾਂ ਉਹ ਇਸ ਧਰਤੀ ਵਾਂਗ ਵੱਖ-ਵੱਖ ਧਰਤੀਆਂ, ਪਰ ਇਨਸਾਨ ਇਹਨਾਂ ਦੇ ਚੱਕਰ ਦੇ ਵਿੱਚ ਫਸ ਗਿਆ, ਇਹਨਾਂ ਨੂੰ ਚੰਗੇ ਮਾੜੇ ਕਹਿਣ ਲੱਗ ਪਿਆ। ਇਹ ਭਰਮ ਹੈ ਜੀ ਬੜਾ ਵੱਡਾ। 12 ਰਾਸ ਵਿਚਾਰਾ, 12 ਰਾਸ ਮਤਲਬ 12 ਰਾਸ਼ੀਆਂ। ਰਾਸ਼ੀਆਂ ਸਮਝਦੇ ਹੋ ਜੀ? ਪੰਜਾਬੀ ਦੇ ਵਿੱਚ ਕਹਿੰਦੇ ਨੇ ਜੀ ਮਿਥੁਨ, ਕਰਕ, ਮੇਖ। ਇੰਗਲਿਸ਼ ਦੇ ਵਿੱਚ ਕਹਿੰਦੇ ਨੇ ਜੈਮਿਨੀ, ਲੀਓ, ਹੈ ਨਾ। ਇਹ 12 ਰਾਸ ਹੋਵੇ ਸਰਦਾਰ ਤੇ ਇਹਨਾਂ 12 ਰਾਸ਼ੀਆਂ ਦਾ ਵਿਚਾਰ ਕਰੇ। ਇਹ ਭਰਮ ਨਹੀਂ ਤਾਂ ਹੋਰ ਕੀ ਹੈ? ਸਤਿਗੁਰੂ ਜੀ ਕਹਿੰਦੇ ਬੜੇ ਵੱਡੇ, ਭਾਈ ਗੁਰਦਾਸ ਜੀ ਕਹਿੰਦੇ ਬੜੇ ਵੱਡੇ ਭਰਮ ਦੇ ਵਿੱਚ ਫਸ ਗਿਆ। ਇੱਕ ਸਰਦਾਰ ਇਹ ਨਿੱਕੀਆਂ ਮੋਟੀਆਂ ਗੱਲਾਂ ਦੀ ਪਰਵਾਹ ਕਰੇ, ਜਿਨ੍ਹਾਂ ਦਾ ਸੰਬੰਧ ਹੀ ਸਾਡੇ ਜੀਵਨ ਦੇ ਨਾਲ ਕੋਈ ਨਹੀਂ। ਅਗਲੀਆਂ ਗੱਲਾਂ ਪੜ੍ਹੋ ਭਾਈ ਸਾਹਿਬ ਦੀਆਂ। ਕਹਿੰਦੇ ਕਾਮਣ ਟੂਣੇ ਔਂਸੀਆਂ, ਕਣਸੋਈ ਪਾਸਾਰ ਪਸਾਰਾ, ਗਧੋਂ ਕੁੱਤੇ ਬਿੱਲੀਆਂ, ਇੱਲ ਮਲਾਲੀ ਗਿੱਦੜ ਸ਼ਾਰਾ। ਜ਼ਿਆਦਾਤਰ ਵੈਸੇ ਇਹ ਪੁਰਾਣੇ ਲਫ਼ਜ਼ ਨੇ ਜੀ। ਹੁਣ ਇੱਕ ਗੱਲ ਤਾਂ ਤੁਸੀਂ ਸਾਰੇ ਸਮਝਦੇ ਹੋ, ਬਿੱਲੀ ਦੇ ਸੰਬੰਧ ਵਿੱਚ, ਕੈਟ, ਕਾਲੀ ਬਿੱਲੀ ਰਸਤਾ ਕੱਟ ਜਾਏ ਤੇ ਕਹਿੰਦੇ ਜੀ ਕੰਮ ਨਹੀਂ ਬਣਦਾ। ਕਿੱਡਾ ਵੱਡਾ ਭਰਮ ਬੈਠਾ ਹੋਇਆ ਹੈ ਸਾਡੇ ਅੰਦਰ। ਇੱਕ ਬਿੱਲੀ ਸਾਡੇ ਰਸਤੇ ਦੇ ਅੱਗੋਂ ਲੰਘ ਜਾਏ ਕਾਲੀ, ਕਹਿੰਦੇ ਨੇ ਜੀ ਕੰਮ ਨਹੀਂ ਬਣੇਗਾ। ਹੁਣ ਜਿਹੜਾ ਮੈਂ ਕੰਮ ਕਰਨ ਜਾ ਰਿਹਾ ਸੀ ਨਾ, ਉਹ ਕੰਮ ਬਣੇਗਾ ਨਹੀਂ, ਹੋਏਗਾ ਨਹੀਂ, ਕੰਪਲੀਟ ਨਹੀਂ ਹੋਏਗਾ, ਵਾਪਸ ਮੁੜ ਜਾਂਦਾ ਹੈ ਬੰਦਾ। ਹੱਦ ਹੋ ਗਈ ਹੈ। ਇੱਕ ਕਾਲੀ ਬਿੱਲੀ ਤੇਰੇ ਕੰਮ ਨੂੰ ਕਿਵੇਂ ਰੋਕ ਸਕਦੀ ਹੈ? ਭਾਈ ਸਾਹਿਬ ਜੀ ਕਹਿੰਦੇ ਇਹ ਸਰਦਾਰ ਦੇ ਕੰਮ ਨੇ। ਜਿਹਨੂੰ ਮਾਲਕ ਨੇ ਸਰਦਾਰ ਬਣਾਇਆ, ਉਹ ਇੱਕ ਬਿੱਲੀ ਦੇ ਕੋਲੋਂ ਡਰ ਗਿਆ, ਛੋਟੀ ਜਿਹੀ ਬਿੱਲੀ। ਹੋ ਸਕਦਾ ਉਹ ਆਪਣੇ ਕੰਮ ਕਿਤੇ ਜਾ ਰਹੀ ਹੋਵੇ, ਤੂੰ ਵੀ ਤਾਂ ਕਹਿ ਸਕਦੀ ਹੈ ਬੰਦਾ ਮੇਰੇ ਮੱਥੇ ਲੱਗ ਗਿਆ, ਮੇਰਾ ਕੰਮ ਕੋਈ ਨਹੀਂ ਬਣਨਾ। ਹੋ ਸਕਦਾ ਉਹ ਸ਼ਿਕਾਰ ਕਰਨ ਜਾ ਰਹੀ ਹੋਵੇ ਕਿਤੇ, ਤੇ ਉਹ ਕਵੇ ਕਿ ਮੇਰੇ ਅੱਗੋਂ ਬੰਦਾ ਲੰਘ ਗਿਆ ਜੀ, ਮੈਨੂੰ ਸ਼ਿਕਾਰ ਕੋਈ ਨਹੀਂ ਮਿਲਣਾ। ਪਰ ਸਾਧ ਸੰਗਤ, ਭਾਈ ਸਾਹਿਬ ਜੀ ਕਹਿੰਦੇ ਇਹ ਬੜੇ ਵੱਡੇ ਗਹਿਰੇ ਭਰਮਾਂ ਦੇ ਵਿੱਚ ਫਸ ਗਿਆ। ਇੱਥੇ ਹੀ ਬਸ ਨਹੀਂ ਹੈ, ਅਸੀਂ ਤਾਂ ਦਿਨਾਂ ਦੀ ਵਿਚਾਰ ਦੇ ਵਿੱਚ ਫਸ ਗਏ ਜੀ। ਵੀਰਵਾਰ, ਇਹ ਸ਼ਨੀਵਾਰ ਹੈ ਜੀ, ਇਹ ਮੰਗਲਵਾਰ ਹੈ ਜੀ। ਪੰਜਾਬ ਦੇ ਵਿੱਚ, ਮੈਂ ਇੱਥੋਂ ਦਾ ਮੈਨੂੰ ਜ਼ਿਆਦਾ ਨਹੀਂ ਪਤਾ, ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਤਾਂ ਵੀਰਵਾਰ ਸਿਰ ਨਹੀਂ ਲਾਉਂਦੀਆਂ ਬੀਬੀਆਂ, ਖਾਸ ਕਰਕੇ ਬੀਬੀਆਂ, ਮਾਫ ਕਰਨਾ, ਵੀਰਵਾਰ ਸਿਰ ਨਹੀਂ ਲਾਉਂਦੀਆਂ, ਕੇਸੀ ਇਸ਼ਨਾਨ ਨਹੀਂ ਕਰਦੀਆਂ। ਕਿਉਂ? ਕਹਿੰਦੇ ਜੀ ਮੇਰਾ ਇੱਕੋ ਇੱਕ ਵੀਰ ਹੈ। ਵੀਰ ਮਤਲਬ ਭਰਾ, ਬ੍ਰਦਰ, ਇੱਕੋ ਇੱਕ ਭਰਾ ਹੈ ਮੇਰਾ। ਹੱਦ ਹੋ ਗਈ। ਤੁਹਾਡੇ ਸਿਰ ਨਹਾਉਣ ਦੇ ਨਾਲ ਤੁਹਾਡੇ ਭਰਾ ਦਾ ਕੀ ਸੰਬੰਧ ਹੈ? ਸਿਰ ਤੁਹਾਡਾ ਗੰਦਾ ਹੈ, ਤੁਹਾਡੇ ਭਰਾ ਦਾ ਥੋੜੀ ਨਾ। ਮੰਗਲਵਾਰ ਜੀ ਕੱਪੜੇ ਨਹੀਂ ਧੋਣੇ। ਕਿਉਂ? ਚੰਗੇ ਨਹੀਂ ਹੁੰਦੇ। ਕਮਾਲ ਹੈ। ਗੰਦੇ ਕੱਪੜੇ ਸਰੀਰ ਤੇ ਪਹਿਨ ਕੇ ਬਿਮਾਰ ਜ਼ਰੂਰ ਹੋ ਜਾਓ, ਲਾਗੇ ਕੋਈ ਬੈਠਾ ਹੋਵੇ ਉਹਨੂੰ ਪਰੇਸ਼ਾਨ ਕਰ ਦੋ ਬਦਬੂ ਦੇ ਨਾਲ, ਪਰ ਧੋਣੇ ਨਹੀਂ ਆਪਾਂ।
ਸਰਦਾਰ ਦੇ ਕੰਮ ਹੈ ਜੀ, ਇਹ ਦਿਨਾਂ ਦੀਆਂ ਵਿਚਾਰਾਂ ਦੇ ਵਿੱਚ ਫਸ ਕੇ ਬੈਠ ਗਿਆ। ਫਿਰ ਮਹੀਨਿਆਂ ਦੇ ਨਾਲ ਵੀ ਜੀ ਭਰਮ ਜੋੜ ਲਏ ਨੇ, ਫਲਾਣਾ ਮਹੀਨਾ। ਵੈਸੇ ਤਾਂ ਜੀ ਸਾਡੇ ਵਰਗੇ ਜਿਹੜੇ ਨੇ ਨਾ, ਜਦੋਂ ਵੀ ਕਿਤੇ ਅਰਦਾਸ ਕਰਦੇ ਨੇ ਉਦੋਂ ਕੁਝ ਲਫ਼ਜ਼ ਇਹੋ ਜਿਹੇ ਯੂਜ਼ ਕਰ ਦਿੰਦੇ ਨੇ ਜਿਹੜੇ ਕਿ ਗੁਰਮਤ ਤੋਂ ਬਿਲਕੁਲ ਉਲਟ ਹੁੰਦੇ ਨੇ। ਕੋਈ ਮਹੀਨਾ, ਜਿਵੇਂ ਸੰਗਰਾਂਦ ਦੀ ਗੱਲ ਕਰ ਲਈਏ ਆਪਾਂ, ਸੰਗਰਾਂਦ ਜਿਸ ਦਿਨ ਹੁੰਦੀ ਹੈ ਨਾ, ਸਾਡੀ ਜ਼ੁਬਾਨ ਤੋਂ ਲਫ਼ਜ਼ ਨਿਕਲਦੇ ਨੇ ਜੀ ਅੱਜ ਬੜਾ ਪਵਿੱਤਰ ਦਿਹਾੜਾ ਜਾਂ ਸ਼ੁਭ ਦਿਹਾੜਾ ਜੀ। ਇਹ ਭਰਮ ਨਹੀਂ ਤਾਂ ਹੋਰ ਕੀ ਹੈ। ਬਾਬੇ ਨਾਨਕ ਨੇ ਕਿਤੇ ਕਿਹਾ ਕਿ ਫਲਾਣਾ ਦਿਨ ਚੰਗਾ ਤੇ ਉਹ ਮਾੜਾ ਤੇ ਹੈ? ਬਾਬੇ ਨੇ ਤਾਂ ਕਿਹਾ, ਬਾਬੇ ਨਾਨਕ ਦੀ ਬਾਣੀ ਪੜ੍ਹਿਓ 12 ਮਾਹ ਤੁਖਾਰੀ ਰਾਗ ਦੇ ਵਿੱਚ। ਤੁਖਾਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ 12 ਮਾਹ ਬਾਣੀ ਹੈ। ਗੁਰੂ ਅਰਜਨ ਸਾਹਿਬ ਦੀ ਤਾਂ ਆਪਾਂ ਨੂੰ ਪਤਾ ਹੈ, ਜਿਹੜੀ ਹਰ ਸੰਗਰਾਂਦ ਤੇ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ। ਗੁਰੂ ਨਾਨਕ ਸਾਹਿਬ ਦੀ ਵੀ ਇੱਕ ਬਾਣੀ ਹੈ 12 ਮਾਹ ਤੁਖਾਰੀ ਰਾਗ ਦੇ ਵਿੱਚ। ਤੇ ਕਿਤੇ ਪੜ੍ਹ ਕੇ ਦੇਖਿਓ, ਗੁਰੂ ਨਾਨਕ ਸਾਹਿਬ ਨੇ ਉੱਥੇ ਮੋਸਟਲੀ ਹਰ ਮਹੀਨੇ ਦੇ ਨਾਲ ਭਲਾ ਲਫ਼ਜ਼ ਯੂਜ਼ ਕੀਤਾ ਹੈ। ਹਰ ਮਹੀਨੇ ਦੇ ਨਾਲ ਭਲਾ ਲਫ਼ਜ਼ ਯੂਜ਼ ਕੀਤਾ ਹੈ। ਤੇ ਕਿਉਂ ਕੀਤਾ ਹੈ? ਸਤਿਗੁਰੂ ਜੀ ਕਹਿੰਦੇ ਤਾਂ ਕਰਕੇ ਜਦੋਂ ਇਨਸਾਨ ਰੱਬ ਦੇ ਨਾਲ ਜੁੜਦਾ ਹੈ, ਉਹਦੇ ਵਾਸਤੇ ਸਾਰਾ ਸਮਾਂ ਹੀ ਭਲਾ ਹੋ ਜਾਂਦਾ ਹੈ। ਤੇ ਜਿਹੜਾ ਟੁੱਟਾ ਹੋਇਆ ਹੈ ਨਾ, ਉਹਦੇ ਵਾਸਤੇ ਦਿਨ ਕਿਹੋ ਜਿਹਾ ਵੀ ਆ ਜਾਏ ਜੀ, ਉਹ ਮਾੜਾ ਹੀ ਹੈ। ਜਿੰਨਾ ਮਰਜ਼ੀ ਕਹਿ ਲਵੇ ਕਿ ਅੱਜ ਸੰਗਰਾਂਦ ਦਾ ਦਿਨ ਹੈ ਤੇ ਬੜਾ ਪਵਿੱਤਰ, ਉਹ ਜੇ ਰੱਬ ਦੇ ਨਾਲ ਉਹ ਟੁੱਟਾ ਹੈ, ਤੇਰੇ ਵਾਸਤੇ ਕੋਈ ਵੀ ਦਿਨ ਪਵਿੱਤਰ ਨਹੀਂ ਹੋ ਸਕਦਾ, ਚੰਗਾ ਨਹੀਂ ਹੋ ਸਕਦਾ। ਪਰ ਜੇ ਜੁੜ ਗਿਆ ਤੇ ਸਤਿਗੁਰੂ ਜੀ ਕਹਿੰਦੇ ਸਾਰਾ ਸਮਾਂ ਹੀ, ਸਾਰੀ ਜ਼ਿੰਦਗੀ ਤੇਰੇ ਵਾਸਤੇ ਭਲੀ ਹੈ, ਪਵਿੱਤਰ ਹੈ, ਚੰਗੀ ਹੈ। ਸਾਹਿਬ ਜੀ ਨੇ ਇਹਨਾਂ ਭਰਮਾਂ ਦੇ ਵਿੱਚੋਂ ਸਾਨੂੰ ਕੱਢਿਆ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਉਦਾਸੀਆਂ ਕੀਤੀਆਂ ਨਾ ਸਾਧ ਸੰਗਤ, ਅਸੀਂ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੁੰਦਾ ਜੀ, ਬੜਾ ਚਾਅ ਹੁੰਦਾ ਹੈ ਸਾਡੇ ਮਨਾਂ ਦੇ ਅੰਦਰ। ਉਹ ਚਾਅ ਜਿਹੜਾ ਨਾ ਸਿਰਫ ਲੰਗਰਾਂ ਤੱਕ, ਬਾਹਰ ਦੇ ਵਿਖਾਵਿਆਂ ਤੱਕ ਸੀਮਤ ਹੋ ਕੇ ਰਹਿ ਗਿਆ। ਗੁਰੂ ਨਾਨਕ ਦੇ ਵਿਚਾਰ ਨੂੰ ਕਦੋਂ ਅਸੀਂ ਅਪਣਾਵਾਂਗੇ? ਜੋ ਗੱਲਾਂ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੇ ਦੌਰਾਨ, ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਸਫ਼ਰ ਦੇ ਵਿੱਚ ਕੱਢ ਦਿੱਤੀ, ਤੇ ਜੋ ਉਪਦੇਸ਼ ਉਹਨਾਂ ਨੇ ਉਹਨਾਂ ਉਦਾਸੀਆਂ ਦੇ ਦੌਰਾਨ ਦਿੱਤਾ, ਉਹਨਾਂ ਉਪਦੇਸ਼ਾਂ ਨੂੰ ਕੌਣ ਸਮਝੇਗਾ? ਤੇ ਜੇ ਸਿਰਫ ਆਪਾਂ ਲੰਗਰ ਲਗਾਉਣ ਤੱਕ, ਡੈਕੋਰੇਸ਼ਨਾਂ ਕਰਨ ਤੱਕ ਜਾਂ ਹੋਰ ਕਈ ਕੁਝ ਕਰਦੇ ਹਾਂ ਜੀ, ਇੱਕ ਚੀਜ਼ ਨਹੀਂ ਕਰਦੇ, ਜੇ ਇੱਥੋਂ ਤੱਕ ਹੀ ਸੀਮਤ ਹੋ ਕੇ ਰਹਿ ਜਾਣਾ ਤੇ ਮਾਫ ਕਰਨਾ ਸਾਧ ਸੰਗਤ, ਗੁਰੂ ਨਾਨਕ ਦੀ ਖੁਸ਼ੀ ਕਦੇ ਵੀ ਨਹੀਂ ਜੇ ਮਿਲਣੀ। ਗੁਰੂ ਨਾਨਕ ਦੀ ਖੁਸ਼ੀ ਉਸ ਦਿਨ ਤੁਹਾਡੇ ਉੱਤੇ ਹੋਏਗੀ ਜਿਸ ਦਿਨ ਗੁਰੂ ਨਾਨਕ ਦੀ ਵਿਚਾਰ ਨੂੰ ਤੁਸੀਂ ਆਪਣੇ ਅੰਦਰ ਜਗ੍ਹਾ ਦੇ ਦਿੱਤੀ। ਤੇ ਜੇ ਉਹ ਨਹੀਂ ਹੈ ਤੇ ਫਿਰ ਇੱਕ ਵਿਖਾਵੇ ਤੋਂ ਵੱਧ ਕੇ ਹੋਰ ਕੁਝ ਨਹੀਂ। ਤੇ ਵਿਖਾਵਾ ਗੁਰੂ ਨੂੰ ਪਸੰਦ ਨਹੀਂ ਜੇ ਹੈਗਾ, ਵਿਖਾਵਾ ਗੁਰੂ ਨੂੰ ਪਸੰਦ ਨਹੀਂ ਜੇ ਹੈਗਾ। ਇਹ ਗੁਰੂ ਨਾਨਕ ਸਾਹਿਬ ਕਹਿ ਹੀ ਰਹੇ ਨੇ ਨਾ ਜੀ, ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚਾਰਦੇ ਪਏ ਆ। ਸਤਿਗੁਰੂ ਜੀ ਕਹਿੰਦੇ ਤੂੰ ਭਰਮਾਂ ਦੇ ਵਿੱਚੋਂ ਨਿਕਲ। ਇੱਕ ਬੜਾ ਪਿਆਰਾ ਬਚਨ ਮੇਰੇ ਖਿਆਲ ਭਾਈ ਸਾਹਿਬ ਜੀ ਨੇ ਨਾ ਉਹ ਸ਼ਬਦ ਹੁਣੇ ਗਾਇਨ ਵੀ ਕੀਤਾ ਥੋੜਾ ਸਮਾਂ ਪਹਿਲਾਂ। ਕਹਿੰਦੇ ਸੋ ਸਤਿਗੁਰ ਧੰਨ ਧੰਨ, ਬਚਨ ਪੜ੍ਹਿਓ ਕਿਤੇ ਸਕਰੀਨ ਤੇ ਜੇਕਰ ਭੈਣ ਜੀ ਸ਼ੋਅ ਕਰ ਰਹੇ ਨੇ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ। ਭਰਮ ਗੜ ਦਾ ਮਤਲਬ ਹੁੰਦਾ ਕਿਲਾ, ਫੋਰਟ। ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਇਹ ਕਿਤੇ ਇੱਕ ਛੋਟੇ ਮੋਟੇ ਭਰਮ ਦੇ ਵਿੱਚ ਨਹੀਂ ਫਸਿਆ ਪਿਆ, ਇਹ ਬੜੇ ਵੱਡੇ ਕਿਲੇ ਦੇ ਵਿੱਚ ਕੈਦ ਹੈ, ਭਰਮਾਂ ਦੇ। ਤੇ ਸਤਿਗੁਰੂ ਜੀ ਕਹਿੰਦੇ ਗੁਰੂ ਧਨਤਾ ਦੇ ਯੋਗ ਹੈ, ਗੁਰੂ ਦੀ ਵਡਿਆਈ ਕਰਨੀ ਬਣਦੀ ਹੈ, ਗੁਰੂ ਨੂੰ ਧੰਨ ਕਹਿਣਾ ਚਾਹੀਦਾ ਹੈ, ਗੁਰੂ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ। ਕਿਉਂ? ਕਿਉਂਕਿ ਗੁਰੂ ਨੇ ਉਸ ਭਰਮਾਂ ਦੇ ਕਿਲੇ ਨੂੰ ਹੀ ਤੋੜ ਦਿੱਤਾ ਹੈ। ਭਰਮ ਗੜ ਤੋੜਿਆ ਸੋ ਸਤਿਗੁਰ ਵਾਹ ਵਾਹ ਜਿਨ ਹਰਿ ਸਿਉ ਜੋੜਿਆ। ਸਤਿਗੁਰੂ ਜੀ ਮੈਂ ਕੁਰਬਾਨ ਜਾਨਾ ਤੁਹਾਡੇ ਤੋਂ, ਤੁਸੀਂ ਮੈਨੂੰ ਭਰਮਾਂ ਦੇ ਵਿੱਚੋਂ ਕੱਢ ਕੇ ਮਾਲਕ ਦੇ ਨਾਲ ਜੋੜ ਦਿੱਤਾ ਹੈ। ਵੈਸੇ ਮੋਸਟਲੀ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਇਹਨਾਂ ਭਰਮਾਂ ਦੇ ਵਿੱਚ ਹੀ। ਇੱਕ ਆਮ ਬੰਦਾ ਜੀ ਜਿਹਨੂੰ ਬਹੁਤੀ ਸਮਝ ਨਾ ਹੋਵੇ, ਚਲੋ ਮੈਂ ਲਫ਼ਜ਼ ਯੂਜ਼ ਕਰ ਲਵਾਂ, ਜਿਹੜਾ ਵਿਚਾਰਾ ਬਹੁਤਾ ਪੜ੍ਹਿਆ ਲਿਖਿਆ ਨਹੀਂ, ਉਹ ਇਹਨਾਂ ਭਰਮਾਂ ਦੇ ਵਿੱਚ ਫਸਿਆ ਹੋਵੇ ਤਾਂ ਸਮਝ ਆਉਂਦੀ ਹੈ, ਸਮਝ ਆਉਂਦੀ ਹੈ ਕਿ ਚਲੋ ਜੀ ਇਹ ਬਹੁਤਾ ਵਿਚਾਰਾ ਪੜ੍ਹਿਆ ਨਹੀਂ ਹੈ, ਇਹ ਪੁਰਾਣੇ ਜਿਹੜੀਆਂ ਟ੍ਰੈਡੀਸ਼ਨਸ ਨੇ ਉਹਨਾਂ ਨੂੰ ਫੋਲੋ ਪਿਆ ਕਰਦਾ ਹੈ, ਇਸ ਕਰਕੇ ਗੱਲ ਸਮਝ 'ਚ ਆਉਂਦੀ ਹੈ। ਇੱਕ ਪੜ੍ਹਿਆ ਲਿਖਿਆ ਵੈਲ ਐਜੂਕੇਟਡ ਪਰਸਨ ਜਿਹੜਾ ਹੈ, ਉਹ ਜਦੋਂ ਇਹਨਾਂ ਭਰਮਾਂ ਦੇ ਵਿੱਚ ਫਸਦਾ ਨਾ, ਫਿਰ ਮਹਿਸੂਸ ਹੁੰਦਾ ਹੈ ਅੰਦਰ ਕਿ ਕੀ ਇਹੋ ਜਿਹੀ ਪੜ੍ਹਾਈ ਦਾ, ਇਹੋ ਜਿਹੀ ਐਜੂਕੇਸ਼ਨ ਦਾ ਕੀ ਫਾਇਦਾ ਜੇਕਰ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਆਪਾਂ ਉੱਥੇ ਹੀ ਡਿੱਗੇ ਪਏ ਹਾਂ। ਕਬੀਰ ਸਾਹਿਬ ਦਾ ਇੱਕ ਸਲੋਕ ਹੈ ਨਾ ਜੀ, ਕੀ ਕਹਿੰਦੇ ਨੇ ਸਲੋਕ ਦੇ ਵਿੱਚ? ਕਹਿੰਦੇ ਕਬੀਰ ਮਨ ਜਾਣ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਨੂੰ ਪਤਾ ਹੈ, ਮੈਂ ਸਮਝ ਗਿਆ ਹੁਣ, ਕਿਉਂਕਿ ਇੱਥੇ ਤੁਸੀਂ ਰਹਿੰਦੇ ਹੋ ਤੇ ਸਾਇੰਸ ਤਾਂ ਸਾਰਿਆਂ ਨੇ ਪੜ੍ਹੀ ਹੈ, ਤੇ ਸਾਰਿਆਂ ਨੂੰ ਪਤਾ ਹੈ ਕਿ ਪਲੈਨਟਸ ਨੇ, ਸ਼ਨੀ, ਸ਼ੁੱਕਰ, ਬੁੱਧ, ਵੀਰ, ਇਹ ਸਾਰੇ, ਬ੍ਰਹਿਸਪਤ ਵਗੈਰਾ ਸਾਰੇ ਪਲੈਨਟਸ ਨੇ। ਤੇ ਇਹਦੇ ਬਾਵਜੂਦ ਵੀ ਮੈਂ ਕਹਾਂ ਕਿ ਮੇਰਾ ਕੰਮ ਨਹੀਂ ਕੋਈ ਬਣਦਾ ਪਿਆ, ਤੇ ਮੈਨੂੰ ਜੋਤਸ਼ੀ ਜੀ ਨੇ ਕਹਿ ਦਿੱਤਾ ਹੈ, ਐਸਟਰੋਲੋਜਰ ਨੇ ਕਹਿ ਦਿੱਤਾ ਕਿ ਤੇਰੇ ਰਸਤੇ ਦੇ ਵਿੱਚ ਇਹ ਗ੍ਰਹਿ ਆ ਗਿਆ ਹੈ।
ਜੇ ਭਲਿਆ ਤੇਰੇ ਰਸਤੇ ਦੇ ਵਿੱਚ ਗ੍ਰਹਿ ਆਉਂਦਾ ਤਾਂ ਤੇਰਾ ਨਾਮੋ ਨਿਸ਼ਾਨ ਦੁਨੀਆ ਦੇ ਉੱਤੋਂ ਮਿਟ ਜਾਂਦਾ। ਤੂੰ ਕਿੱਥੇ ਜੀ ਸਕਣਾ ਸੀ? ਗ੍ਰਹਿ ਕੋਈ ਛੋਟੀ ਜਿਹੀ ਚੀਜ਼ ਹੈ ਜਿਹੜੀ ਤੇਰੇ ਅੱਗੇ ਆਣ ਕੇ ਖੜੀ ਹੋ ਜਾਏਗੀ? ਨਹੀਂ, ਇਹਨਾਂ ਭਰਮਾਂ ਦੇ ਵਿੱਚੋਂ ਸਾਧ ਸੰਗਤ ਨਿਕਲੀ ਹੈ। ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ? ਕਹਿੰਦੇ ਸ਼ਸ਼ੈ ਛਾਇਆ ਵਰਤੀ ਸਭ ਅੰਤਰ। ਸਭ, ਕਿਸੇ ਇੱਕ ਦਾ ਜ਼ਿਕਰ ਨਹੀਂ ਜੇ ਕੀਤਾ, ਕਿਸੇ, ਮਾਫ ਕਰਿਓ ਮੈਂ ਲਫ਼ਜ਼ ਯੂਜ਼ ਕਰ ਲੱਗਾ, ਕਿਸੇ ਇੱਕ ਧਰਮ ਦਾ ਜ਼ਿਕਰ ਨਹੀਂ ਜੇ ਕੀਤਾ, ਕਿਸੇ ਇੱਕ ਕਮਿਊਨਿਟੀ ਦਾ ਜ਼ਿਕਰ ਨਹੀਂ ਜੇ ਕੀਤਾ। ਸਭ, ਸਭ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ, ਜਿੰਨੇ ਵੀ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇ ਕੋਈ ਵੀ। ਤੇ ਫਸੇ ਪਏ ਆ ਜੀ, ਸਾਰੇ ਫਸੇ ਪਏ। ਧਿਆਨ ਮਾਰ ਕੇ ਦੇਖ ਲਓ ਆਪਣੇ ਆਸ-ਪਾਸ, ਹਰ ਕੋਈ ਫਸਿਆ ਪਿਆ ਹੈ ਭਰਮਾਂ ਦੇ ਵਿੱਚ। ਸ਼ਸ਼ੈ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਵਾ। ਇਹ ਭਰਮ ਵੈਸੇ ਨਾ ਇਹ ਪੈਦਾ ਪਰਮਾਤਮਾ ਨੇ ਕੀਤਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਜਿੱਥੇ ਭਰਮ ਪੈਦਾ ਕੀਤਾ, ਜਿੱਥੇ ਪਰਮਾਤਮਾ ਨੇ ਮਾਇਆ ਪੈਦਾ ਕੀਤੀ ਨਾ ਸਾਧ ਸੰਗਤ, ਉੱਥੇ ਨਾਲ ਮਾਲਕ ਨੇ ਸਾਨੂੰ ਇਹ ਅਕਲ ਦਿੱਤੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਨਾ ਕਿ ਪਰਮਾਤਮਾ ਨੇ ਸਾਨੂੰ ਸਰਦਾਰ ਬਣਾਇਆ ਹੈ, ਤੇ ਸਰਦਾਰ ਦੇ ਵਿੱਚ ਇਹੀ ਤਾਂ ਖਾਸੀਅਤ ਹੈ ਕਿ ਮਾਲਕ ਨੇ ਤੈਨੂੰ ਜ਼ੁਬਾਨ ਦਿੱਤੀ ਹੈ ਤੇ ਸੋਚਣ ਸ਼ਕਤੀ ਦਿੱਤੀ ਹੈ। ਤੂੰ ਵਿਚਾਰ ਸਕਦਾ ਹੈ ਕੀ ਚੰਗਾ ਹੈ ਕੀ ਮਾੜਾ ਹੈ। ਇੱਕ ਐਗਜ਼ਾਮਪਲ ਛੋਟੀ ਜਿਹੀ, ਮੰਨ ਲਓ ਮੇਰੇ ਸਾਹਮਣੇ ਕੋਈ ਵਾਇਰ, ਇਲੈਕਟ੍ਰਿਸਿਟੀ ਦੀ ਵਾਇਰ ਹੈ ਜਿਹੜੀ ਉਹਦਾ ਜੋੜ ਨੰਗੀ ਹੈ ਜੀ, ਤੇ ਮੈਂ ਉਹਨੂੰ ਹੱਥ ਥੋੜੀ ਨਾ ਪਾਵਾਂਗਾ, ਜਾ ਕੇ ਹੱਥ ਦੇ ਵਿੱਚ ਥੋੜੀ ਨਾ ਫੜਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਇਸ ਵਾਇਰ ਨੂੰ ਮੈਂ ਹੱਥ ਲਗਾਇਆ ਤੇ ਮੈਨੂੰ ਕਰੰਟ ਲੱਗ ਸਕਦਾ ਹੈ, ਤੇ ਜੇ ਵੋਲਟੇਜ ਜ਼ਿਆਦਾ ਹੋਈ ਤਾਂ ਮੇਰੀ ਜਾਨ ਵੀ ਜਾ ਸਕਦੀ ਹੈ। ਪਤਾ ਹੈ ਨਾ ਜੀ। ਪਤਾ ਹੋਣ ਦੇ ਬਾਵਜੂਦ ਵੀ ਜੇਕਰ ਮੈਂ ਉਹਨੂੰ ਹੱਥ ਲਗਾਵਾਂ ਤੇ ਨੁਕਸਾਨ ਕਿਹਦਾ ਹੋਏਗਾ? ਮੇਰਾ ਹੀ ਹੋਏਗਾ, ਕਿਸੇ ਹੋਰ ਦਾ ਨਹੀਂ ਜਿਉਣਾ। ਹੁਣ ਪਤਾ ਹੋਣ ਦੇ ਬਾਵਜੂਦ ਵੀ ਮੈਂ ਉਹੀ ਕੰਮ ਕਰੀ ਜਾਵਾਂ। ਕਬੀਰ ਸਾਹਿਬ ਜਿਹੜੀ ਗੱਲ ਕਹਿ ਰਹੇ ਨੇ, ਮਨ ਜਾਣੈ ਸਭ ਬਾਤ ਜਾਣਤ ਹੀ ਆਉਗਣ ਕਰ, ਕਾਹੇ ਕੀ ਕੁਸ਼ਲਾਤ ਹਾਥ ਦੀ ਪੁਕੂ ਐ। ਪਰ ਕਹਿੰਦੇ ਤੂੰ ਹੱਥ ਦੇ ਵਿੱਚ ਗਿਆਨ ਦਾ ਦੀਵਾ ਵੀ ਫੜਿਆ ਹੋਇਆ ਹੈ, ਗਿਆਨ ਦਾ ਦੀਵਾ ਵੀ, ਲੈਂਪ ਆਫ ਨੌਲੇਜ ਤੇਰੇ ਹੱਥ ਦੇ ਵਿੱਚ ਹੈ, ਪਰ ਕੀ ਫਾਇਦਾ? ਡਿੱਗ ਤੂੰ ਫਿਰ ਟੋਏ ਦੇ ਵਿੱਚ ਰਿਹਾ, ਡਿੱਗ ਰਿਹਾ ਤੂੰ ਫਿਰ ਟੋਏ ਦੇ ਵਿੱਚ, ਫਿਰ ਭਰਮਾਂ ਦੇ ਖੱਡੇ ਦੇ ਵਿੱਚ, ਭਰਮਾਂ ਦੇ ਟੋਏ ਦੇ ਵਿੱਚ ਫਿਰ ਡਿੱਗਦਾ ਪਿਆ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਪੈਦਾ ਉਸ ਮਾਲਕ ਨੇ ਕੀਤੀ ਹੈ, ਤੂੰ ਇਸ ਅਕਲ ਤੋਂ ਥੋੜਾ ਜਿਹਾ ਸਹਾਰਾ ਲੈ ਜਿਹੜੀ ਮਾਲਕ ਨੇ ਦਿੱਤੀ ਹੈ। ਜਿਹੜਾ ਇਹ ਗਿਆਨ ਪੈਦਾ ਕੀਤਾ ਹੈ ਪਰਮਾਤਮਾ ਨੇ, ਇਸ ਨੂੰ ਵਿਚਾਰ ਕੇ ਦੇਖ। ਇਹ ਭਰਮਾਂ ਦੇ ਵਿੱਚ ਫਸਣ ਵਾਸਤੇ ਤੈਨੂੰ ਜੀਵਨ ਨਹੀਂ ਮਿਲਿਆ। ਖਿਆਲ ਕਰਿਓ ਸਾਧ ਸੰਗਤ, ਭਰਮ ਵੈਸੇ ਪਤਾ ਹੈ ਕੀ ਚੀਜ਼, ਇਹਦਾ ਮਤਲਬ ਪਤਾ ਕੀ ਹੈ? ਬਾਣੀ ਦੇ ਵਿੱਚੋਂ ਤੁਹਾਨੂੰ ਇਹਦੀ ਡੈਫੀਨੇਸ਼ਨ ਮਿਲੇਗੀ। ਮਾਧਵੇ ਕਿਆ ਕਹੀ ਹੈ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਕੀ ਹੈ? ਕਿ ਜਿਸ ਨੂੰ ਮੈਂ ਰਿਐਲਿਟੀ ਸਮਝੀ ਬੈਠਾ, ਅਸਲ ਦੇ ਵਿੱਚ ਉਹ ਹੈ ਨਹੀਂ। ਇਹਨੂੰ ਹੋਰ ਐਗਜ਼ਾਮਪਲ ਦੇ ਥਰੂ ਬਾਣੀ ਚੋਂ ਹੀ ਕਹਿੰਦੇ, ਰਾਜ ਭੁਯੰਗ ਪ੍ਰਸੰਗ ਜੈਸੇ ਹੈ। ਤੁਸੀਂ ਘਰ ਦੇ ਵਿੱਚ ਬੈਠੇ ਹੋਏ ਹੋ ਜੀ, ਤੇ ਬਾਹਰ ਜਿੱਥੇ ਥੋੜਾ ਜਿਹਾ ਹਨੇਰਾ ਹੈ, ਹਲਕੀ ਜੀ ਲਾਈਟ ਉੱਥੇ ਪੈ ਰਹੀ, ਤੇ ਇੱਕ ਰੋਪ ਪਈ ਹੋਈ ਹੈ ਬਾਹਰ, ਤੇ ਪਈ ਇਸ ਤਰੀਕੇ ਦੇ ਨਾਲ ਤੁਹਾਨੂੰ ਦੂਰੋਂ ਵੇਖ ਕੇ ਇਵੇਂ ਲੱਗ ਰਿਹਾ ਜਿਸ ਤਰ੍ਹਾਂ ਉੱਥੇ ਸੱਪ ਹੈ, ਕੋਈ ਸਨੇਕ ਹੈ। ਤੇ ਤੁਸੀਂ ਅੰਦਰ ਬੈਠੇ ਹੀ ਦੂਰੋਂ ਉਸ ਰੋਪ ਨੂੰ ਦੇਖ ਕੇ, ਜਿਹੜੀ ਕਿ ਸੱਪ ਲੱਗ ਰਹੀ ਹੈ, ਉਹਨੂੰ ਵੇਖ ਕੇ ਅੰਦਰ ਬੈਠੇ ਡਰੀ ਜਾ ਰਹੇ ਹੋ। ਪਰ ਉਹ ਸੱਪ ਨਹੀਂ ਹੈ, ਉਹ ਸਿਰਫ ਰੋਪ ਹੈ। ਇਹ ਭਰਮ ਹੈ। ਜਿਸ ਨੂੰ ਮੈਂ ਧਰਮ ਸਮਝ ਕੇ ਬੈਠਾ, ਜਿਸ ਨੂੰ ਮੈਂ ਧਰਮ ਸਮਝ ਕੇ ਬੈਠਾ, ਧਰਮ ਦੇ ਨਾਂ ਤੇ ਮੈਂ ਜਿਹੜੇ ਕਰਮ ਕਰੀ ਜਾ ਰਿਹਾ, ਜਿਨ੍ਹਾਂ ਦਾ ਸੰਬੰਧ ਧਰਮ ਦੇ ਨਾਲ ਨਹੀਂ, ਉਹ ਭਰਮ ਹੈ। ਬਾਣੀ ਕਹਿ ਰਹੀ ਨਾ, ਗੁਰੂ ਸਾਹਿਬ ਬਾਣੀ ਚ ਕਹਿੰਦੇ ਨੇ, ਕਰਮ ਧਰਮ ਪਾਖੰਡ ਜੋ ਦਿਸੈ ਤਿਨ ਜਮ ਜਾਗਾਤੀ ਲੂਟੈ। ਧਰਮ ਦੇ ਨਾਂ ਦੇ ਉੱਤੇ ਕੀਤੇ ਜਾ ਰਹੇ ਉਹ ਕਰਮ ਜਿਨ੍ਹਾਂ ਦਾ ਸੰਬੰਧ ਹੀ ਧਰਮ ਦੇ ਨਾਲ ਕੋਈ ਨਹੀਂ, ਉਹ ਭਰਮ ਹੈ। ਤੇ ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦੇਵਾਂ, ਖਾਸ ਕਰਕੇ ਉਹ ਬੀਬੀਆਂ ਦੇ ਨਾਲ ਸੰਬੰਧਿਤ ਹੈ। ਮੈਂ ਬੀਬੀਆਂ ਨੂੰ ਬੇਨਤੀ ਕਰ ਦੇਵਾਂ, ਮੇਰੀ ਗੱਲ ਦਾ ਗੁੱਸਾ ਨਾ ਜੇ ਕਰਿਓ, ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਚਨ ਬਖਸ਼ਿਸ਼ ਕੀਤਾ ਹੈ ਜੀ। ਇਹ ਇੱਕ ਨਾ ਸਾਲ ਦੇ ਵਿੱਚ ਇੱਕ ਵਾਰ ਇੱਕ ਵਰਤ ਆਉਂਦਾ ਹੈ ਜੀ, ਕਰਵਾ ਚੌਥ ਦਾ, ਤੇ ਤੁਹਾਨੂੰ ਪਤਾ ਹੈ ਜੀ ਉਹ ਰੱਖਿਆ ਕਾਹਦੇ ਵਾਸਤੇ ਜਾਂਦਾ ਹੈ? ਇਹ ਵੀ ਭਰਮ ਜੇ, ਬੜਾ ਵੱਡਾ ਸਾਡੇ ਮਨਾਂ ਦੇ ਵਿੱਚ ਬੈਠਾ ਹੋਇਆ। ਕਾਹਦੇ ਵਾਸਤੇ ਰੱਖਿਆ ਜਾਂਦਾ ਜੀ? ਪਤੀ ਦੀ ਉਮਰ ਲੰਬੀ ਹੋ ਜਾਏ। ਕੀ ਗੱਲ, ਪਤਨੀ ਨੂੰ ਹੀ ਪਤੀ ਦੀ ਲੰਬੀ ਉਮਰ ਚਾਹੀਦੀ ਹੈ? ਪਤੀ ਨੂੰ ਪਤਨੀ ਦੀ ਉਮਰ ਨਹੀਂ ਲੰਬੀ ਚਾਹੀਦੀ? ਕਿ ਪਤੀ ਇਹ ਅਰਦਾਸਾਂ ਕਰਦਾ ਕਿ ਪਤਨੀ ਮੇਰੇ ਗਲੋਂ ਲੱਥੇ ਛੇਤੀ ਛੇਤੀ? ਕੀਤੀ ਕਿਸੇ ਪਤੀ ਨੇ ਅੱਜ ਤੱਕ ਇਹ ਅਰਦਾਸ? ਮਾਫ ਕਰਿਓ, ਪਤਨੀ ਹੀ ਕਿਉਂ ਪਤੀ ਦੀ ਲੰਬੀ ਉਮਰ ਮੰਗਦੀ ਹੈ? ਤੇ ਕੀ ਸਾਰਾ ਦਿਨ ਭੁੱਖੇ ਰਹਿਣ ਦੇ ਨਾਲ ਕਿਸੇ ਪਤੀ ਦੀ ਉਮਰ ਅੱਜ ਤੱਕ ਲੰਬੀ ਹੋਈ? ਜਾਪਾਨ ਦੇ ਵਿੱਚ ਮੇਰੇ ਖਿਆਲ ਸਭ ਤੋਂ ਲੰਬੀ ਉਮਰ ਦੇ ਲੋਕ ਰਹਿੰਦੇ ਨੇ, ਜਾਪਾਨ ਦੇ ਵਿੱਚ।
ਤੇ ਤੁਸੀਂ ਘੁੰਮੇ ਹੋਵੋਗੇ, ਜਪੈਨ ਗਏ ਹੋਣਗੇ ਤੁਹਾਡੇ ਵਿੱਚੋਂ ਬਹੁਤੇ, ਤੇ ਕੀ ਉੱਥੋਂ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਕਰਵਾ ਚੌਥ ਦਾ ਵਰਤ ਰੱਖਦੀਆਂ ਨੇ, ਤਾਂ ਲੰਬੀਆਂ ਨੇ ਉਹਨਾਂ ਦੀਆਂ ਉਮਰਾਂ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੱਖਿਆ ਜਾਂਦਾ ਹੈ, ਤੇ ਕੀ ਉੱਥੇ ਜਿਹੜੇ ਰਹਿਣ ਵਾਲੇ ਜਿਹੜੇ ਪਤੀ ਨੇ ਉਹਨਾਂ ਦੀਆਂ ਉਮਰਾਂ ਲੰਬੀਆਂ ਹੋ ਗਈਆਂ? ਮੇਰੇ ਖਿਆਲ ਦੇ ਵਿੱਚ ਤਾਂ ਨਹੀਂ। ਤੇ ਜੇ ਮੈਂ ਗਲਤ ਹਾਂ ਤਾਂ ਮੈਨੂੰ ਕਰੈਕਟ ਜ਼ਰੂਰ ਕਰ ਦਿਓ। ਇਹ ਬੜਾ ਵੱਡਾ ਭਰਮ ਸਾਡੇ ਅੰਦਰ ਬੈਠਾ ਹੋਇਆ ਹੈ। ਹਾਂ, ਮੈਂ ਇੱਕ ਬੇਨਤੀ ਇੱਥੇ ਜ਼ਰੂਰ ਕਰਾਂ, ਜਿਨ੍ਹਾਂ ਦਾ ਵਿਸ਼ਵਾਸ ਹੈ, ਜਿਨ੍ਹਾਂ ਦਾ ਵਿਸ਼ਵਾਸ ਹੈ ਹਿੰਦੂ ਧਰਮ ਦੇ ਵਿੱਚ, ਕਿਉਂਕਿ ਸਾਡੇ ਬੜੇ ਕਲੋਜ਼ ਨੇ, ਮੇਰਾ ਉਹਨਾਂ ਦੇ ਨਾਲ ਵਿਰੋਧ ਕੋਈ ਨਹੀਂ। ਜੇ ਉਹਨਾਂ ਦਾ ਬਲੀਵ ਹੈ ਤੇ ਕਰਨ, ਮੈਂ ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ। ਪਰ ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਗੁਰੂ ਨਾਨਕ ਦਾ ਸਿੱਖ ਅਖਵਾਉਂਦਾ ਹੋਇਆ ਪਰਿਵਾਰ ਇਹਨਾਂ ਭਰਮਾਂ ਦੇ ਵਿੱਚ ਫਸ ਜਾਂਦਾ ਹੈ ਨਾ, ਉਦੋਂ ਆਣ ਕੇ ਮਨ ਨੂੰ ਬੜੀ ਠੇਸ ਪਹੁੰਚਦੀ ਹੈ ਕਿ ਮਨਾਉਣਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਦੇ ਨਾਲ, ਤੇ ਕਰਮ ਉਹ ਕਰਨੇ ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਸਾਨੂੰ ਰੋਕਦਾ ਪਿਆ ਹੈ। ਫਸਣਾ ਉੱਥੇ ਜਿੱਥੋਂ ਗੁਰੂ ਸਾਹਿਬ ਨੇ ਬੜੀ ਮੁਸ਼ਕਲ ਦੇ ਨਾਲ ਕੱਢਿਆ, ਤੇ ਫਿਰ ਕੀ ਕਹਿਣਗੇ ਸਾਡੇ ਮਨਾਏ ਹੋਏ ਪ੍ਰਕਾਸ਼ ਪੁਰਬ। ਸਤਿਗੁਰੂ ਜੀ ਕਹਿ ਰਹੇ ਨੇ ਕਿ ਸ਼ਸ਼ੈ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਵਾ, ਭਰਮ ਉਪਾਏ ਭੁਲਾਇਨ ਆਪੇ, ਤੇਰਾ ਕਰਮ ਹੋਵਾ। ਇਹ ਕਰਮ ਲਫ਼ਜ਼ ਨੂੰ ਸਮਝਿਓ। ਕਰਮ ਲਫ਼ਜ਼ ਜਿਹੜਾ ਹੈ ਨਾ ਜੀ, ਇਹਦੇ ਦੋ ਮੀਨਿੰਗ ਨੇ, ਤੇ ਦੋ ਮੀਨਿੰਗ ਇਸ ਕਰਕੇ ਨੇ ਕਿਉਂਕਿ ਇਹ ਦੋਨੋਂ ਅਰਥਾਂ ਦੇ ਵਿੱਚ ਵੱਖ-ਵੱਖ ਲੈਂਗੁਏਜ ਦਾ ਇਹ ਵਰਡ ਹੈ। ਜੇ ਤਾਂ ਸੰਸਕ੍ਰਿਤ ਦੇ ਵਿੱਚ ਕਰਮ ਲਫ਼ਜ਼ ਆਪਾਂ ਪੜਾਂਗੇ ਤੇ ਇਹਦਾ ਮਤਲਬ ਹੋਏਗਾ ਕਰਮ ਜਿਹੜੇ ਅਸੀਂ ਕਰਦੇ ਹਾਂ, ਡੀਡਸ, ਆਵਰ ਐਕਸ਼ਨਸ, ਕਰਮ। ਜੇ ਸੰਸਕ੍ਰਿਤ ਦਾ ਵਰਡ ਹੈ, ਤੇ ਜੇਕਰ ਅਰਬੀ ਫਾਰਸੀ ਦਾ ਹੈ, ਪਰਸ਼ੀਅਨ ਦਾ ਹੈ, ਤੇ ਫਿਰ ਇਹਦਾ ਮਤਲਬ ਹੋਏਗਾ ਬਖਸ਼ਿਸ਼, ਰਹਿਮਤ, ਗ੍ਰੇਸ, ਕਿਰਪਾ। ਤੇਰਾ ਕਰਮ ਹੋਵਾ, ਹੁਣ ਇੱਥੇ ਤੇਰਾ ਕਰਮ ਹੋਵਾ ਦਾ ਮਤਲਬ ਹੈ ਤੇਰੀ ਕਿਰਪਾ ਹੋ ਜਾਏ। ਤੇ ਤਿੰਨ ਗੁਰੂ ਮਿਲਿਆ ਜਿਹਦੇ ਉੱਤੇ ਤੇਰੀ ਕਿਰਪਾ ਹੋ ਗਈ, ਉਹਨਾਂ ਦਾ ਮੇਲ ਗੁਰੂ ਦੇ ਨਾਲ ਹੁੰਦਾ ਹੈ, ਤੇ ਜਿਨ੍ਹਾਂ ਦਾ ਮੇਲ ਗੁਰੂ ਦੇ ਨਾਲ ਹੁੰਦਾ ਹੈ ਫਿਰ ਗੁਰੂ ਉਹਨਾਂ ਨੂੰ ਇਸ ਭਰਮ ਦੇ ਜਾਲ ਦੇ ਵਿੱਚੋਂ ਕੱਢ ਲੈਂਦਾ ਹੈ। ਫਿਰ ਫੂਟੋ ਆਂਡਾ ਭਰਮ ਕਾ ਮਨੈ ਭਇਆ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰ ਕੀਨੀ ਬੰਦ ਖਲਾਸ। ਗੁਰ ਕੀਨੀ ਬੰਦ ਖਲਾਸ, ਗੁਰੂ ਨੇ ਮੈਨੂੰ ਭਰਮਾਂ ਦੇ ਆਂਡੇ ਵਿੱਚ ਜਿਹੜਾ ਮੈਂ ਕੈਦ ਹੋਇਆ ਪਿਆ ਸਾਂ ਉਹਦੇ ਵਿੱਚੋਂ ਕੱਢ ਦਿੱਤਾ ਹੈ। ਹੁਣ ਮੈਂ ਦਿਨਾਂ ਦੀ ਵਿਚਾਰ ਨਹੀਂ ਕਰਦਾ, ਹੁਣ ਮੈਂ ਮਹੀਨੇ ਪਵਿੱਤਰ ਜਾਂ ਅਪਵਿੱਤਰ ਨਹੀਂ ਮੰਨਦਾ, ਹੁਣ ਮੈਨੂੰ ਰਾਸ਼ੀਆਂ ਦੇ ਨਾਲ ਕੋਈ ਮਤਲਬ ਨਹੀਂ। ਵੈਸੇ ਨਾ ਜ਼ਿਆਦਾਤਰ ਸਾਡੇ ਲੋਕਾਂ ਦੀ ਪ੍ਰੋਬਲਮ ਪਤਾ ਕਿ ਜਦੋਂ ਪੇਪਰ ਪੜ੍ਹਦੇ, ਪਤਾ ਨਹੀਂ ਇੱਥੇ ਆਉਂਦੀਆਂ ਕਿ ਨਹੀਂ ਪੇਪਰ ਦੇ ਵਿੱਚ, ਇੰਡੀਆ ਦੇ ਵਿੱਚ ਆਉਂਦੀ ਹੈ। ਪੰਜਾਬੀ ਦਾ ਪੇਪਰ ਹੋਵੇ ਚਾਹੇ ਹਿੰਦੀ ਦਾ ਹੋਵੇ, ਉਹਦੇ ਵਿੱਚ ਨਾ ਰਾਸ਼ੀ ਆਉਂਦੀ ਹੈ। ਹੋਰ ਕੁਛ ਕੋਈ ਨਿਊਜ਼ ਮੈਂ ਪੜ੍ਹਾਂ ਚਾਹੇ ਨਾ ਪੜ੍ਹਾਂ, ਪਰ ਰਾਸ਼ੀ ਮੈਂ ਜ਼ਰੂਰ ਪੜ੍ਹਨੀ ਹੈ। ਰਾਸ਼ੀ ਮੈਂ ਜ਼ਰੂਰ ਪੜ੍ਹਨੀ ਹੈ ਜਿਹੜੀ ਮੇਰੇ ਨਾਂ ਦੇ ਨਾਲ ਸੰਬੰਧਿਤ ਹੈ। ਤੁਹਾਨੂੰ ਪਤਾ ਹੀ ਹੈ ਜੀ, ਨਾਵਾਂ ਦਾ ਇਹਦੇ ਵਿੱਚ ਹੁੰਦਾ ਹੈ ਮਤਲਬ ਸਾਰਾ ਸਿਸਟਮ, ਉਹ ਮੈਂ ਜ਼ਰੂਰ ਪੜ੍ਹਨੀ। ਹੋਰ ਮੈਂ ਕੁਝ ਉਹਦੇ ਵਿੱਚੋਂ ਕੋਈ ਆਪਣੇ ਨਾਲ ਸੰਬੰਧਿਤ ਜਾਂ ਸਮਾਜ ਦੇ ਨਾਲ ਸੰਬੰਧਿਤ ਕੋਈ ਚੰਗੀ ਨਿਊਜ਼ ਜਿਹੜੀ ਹੈ, ਕੀ ਹੋ ਰਿਹਾ ਹੈ, ਗਵਰਨਮੈਂਟ ਕੀ ਕਰਦੀ ਪਈ ਹੈ, ਕੀ ਕਰਨਾ ਚਾਹੀਦਾ ਸੀ, ਕੀ ਨਹੀਂ ਹੋਇਆ, ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ। ਮੇਰਾ ਸੰਬੰਧ ਸਿਰਫ ਰਾਸ਼ੀ ਤੱਕ ਹੈ। ਪਰ ਜਦੋਂ ਗੁਰੂ ਮਿਲ ਜਾਂਦਾ ਹੈ ਨਾ, ਫਿਰ ਮੈਂ ਇਹ ਪੜ੍ਹਨਾ ਸਭ ਕੁਝ ਛੱਡ ਦੇਣਾ। ਮੈਂ ਇੱਕ ਬੇਨਤੀ ਕਰਕੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਚੋਂ ਘਟਨਾ, ਭਾਈ ਪ੍ਰਿੰਸੀਪਲ ਸਤਬੀਰ ਸਿੰਘ ਨੇ ਦਾ ਜ਼ਿਕਰ ਕੀਤਾ ਹੈ ਜੀ। ਜੇਕਰ ਪੜ੍ਹਨੀ ਹੋਵੇ ਤਾਂ ਮੈਂ ਦੱਸ ਵੀ ਸਕਦਾ ਕਿਹੜੀ ਪੁਸਤਕ ਦੇ ਵਿੱਚ ਹੈ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੀ ਐਸੀ ਸਮਰੱਥਾ ਜਾਂ ਐਸੀ ਭਾਵਨਾ ਸਿੱਖਾਂ ਦੇ ਅੰਦਰ ਪੈਦਾ ਹੋ ਗਈ ਸੀ, ਉਹ ਇਹਨਾਂ ਭਰਮਾਂ ਦੇ ਵਿੱਚ ਨਹੀਂ ਸੀ ਫਸਦੇ। ਤੇ ਕਹਿੰਦੇ ਇੱਕ ਪੰਡਿਤ ਜੀ ਆ ਗਏ, ਹੱਥ ਦੇ ਵਿੱਚ ਉਹਨਾਂ ਦੇ ਇੱਕ ਬਾਟਾ ਹੈ, ਬਾਟਾ ਕਹਿ ਲਈਏ ਜਿਹਦੇ ਵਿੱਚ ਉਹ ਮੰਗਦੇ ਨੇ ਜੀ, ਤੇਲ ਪਾਇਆ, ਤੇ ਉਹ ਕਹਿ ਰਿਹਾ ਆਣ ਕੇ ਕਿ ਸ਼ਨੀ ਬੜਾ ਭਾਰੂ ਹੈ ਤੇ ਦਾਨ ਦਿਓ, ਸ਼ਨੀ ਟਲ ਜਾਏਗਾ। ਸਿੱਖਾਂ ਨੇ ਰੋਕਿਆ, ਕਹਿੰਦੇ ਪੰਡਿਤ ਜੀ ਇੱਥੇ ਨਹੀਂ, ਸਾਡੇ ਤੇ ਕੋਈ ਭਾਰੂ ਨਹੀਂ ਸ਼ਨੀ, ਤੁਸੀਂ ਕਿਰਪਾ ਕਰਕੇ ਤੇ ਜਾਓ। ਉਹ ਨਹੀਂ ਮੰਨਿਆ, 2-3 ਵਾਰ ਸਮਝਾਇਆ, ਨਹੀਂ ਗਿਆ ਜੀ। ਸਿੱਖਾਂ ਨੇ ਉਹ ਬਾਟਾ ਪੰਡਿਤ ਜੀ ਕੋਲੋਂ ਲੈ ਲਿਆ। ਤੇਲ ਜਿਹੜਾ ਸੀ ਨਾ, ਜਿਹੜਾ ਤੇਲ ਸੀ ਉਹ ਉਸ ਬਾਟੇ ਦੇ ਵਿੱਚ, ਉਹ ਕੜਾਈ ਦੇ ਵਿੱਚ ਪਾ ਕੇ, ਕੁਝ ਹੋਰ ਆਪਣੇ ਕੋਲੋਂ ਤੇਲ ਪਾ ਕੇ ਪਕੌੜੇ ਕੱਢੇ ਜੀ, ਪਕੌੜੇ ਖਾਧੇ। ਉਹ ਜਿਹੜਾ ਬਾਟਾ ਸੀ ਲੋਹੇ ਦਾ, ਕਹਿੰਦੇ ਹੁਣ ਇਹਦਾ ਕੀ ਕਰੀਏ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਲੈ ਕੇ ਤੇ ਉਹਨਾਂ ਨੂੰ ਪੁੱਛਿਆ, ਸਤਿਗੁਰੂ ਜੀ ਕੀ ਕੀਤਾ ਜਾਵੇ। ਤੇ ਗੁਰੂ ਸਾਹਿਬ, ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ, ਕਹਿੰਦੇ ਗੁਰੂ ਸਾਹਿਬ ਨੇ ਫਿਰ ਕਿਹਾ ਕਿ ਇਹਦੇ ਕੜੇ ਬਣਾਓ, ਆ ਜਿਹੜੇ ਕੜੇ ਆਪਾਂ ਹੱਥਾਂ ਦੇ ਵਿੱਚ ਪਾਉਂਦੇ ਆ, ਕਹਿੰਦੇ ਕੜੇ ਬਣਾਓ, ਤੇ ਇਹ ਅੱਜ ਤੋਂ ਤੁਸੀਂ ਸਾਬਤ ਕਰ ਦਿੱਤਾ ਕਿ ਜਿਹੜਾ ਸਿੱਖ ਹੈ ਨਾ ਉਹ ਭਰਮਾਂ ਦੇ ਜਾਲ ਵਿੱਚੋਂ ਨਿਕਲ ਚੁੱਕਾ ਹੈ, ਉਹ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਵਿੱਚ ਨਹੀਂ ਜੀ ਆਉਂਦਾ। ਤੇ ਇਹਦਾ ਮਤਲਬ ਇਹ ਹੋਇਆ ਕਿ ਜਿਹੜਾ ਕੜਾ ਸਾਡੇ ਹੱਥ ਦੇ ਵਿੱਚ ਹੈ ਨਾ, ਇਹ ਕੇਵਲ ਫੈਸ਼ਨ ਨਹੀਂ ਹੈ,
ਜੇ ਗੁਰੂ ਸਾਹਿਬ ਨੇ ਇਸ ਨੂੰ 5 ਕਕਾਰਾਂ ਦੇ ਵਿੱਚ ਸ਼ਾਮਲ ਕੀਤਾ ਹੈ ਨਾ, ਇਹ ਐਜ਼ ਫੈਸ਼ਨ ਨਹੀਂ, ਇਹਦਾ ਮਤਲਬ ਹੈ ਕਿ ਸਿੱਖ ਜਿਹੜਾ ਹੈ ਉਹ ਭਰਮਾਂ ਦੇ ਵਿੱਚ ਨਹੀਂ ਜੇ ਫਸਦਾ, ਵਹਿਮ ਭਰਮ ਉਹਦੇ ਨੇੜੇ ਨਹੀਂ ਜੀ ਆਉਂਦੇ ਜਿੰਨੇ ਪਹਿਨਿਆ ਹੋਇਆ। ਤੇ ਜੇ ਪਹਿਨ ਕੇ ਵੀ ਫਸਣਾ ਹੈ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਉਹ ਸਿੱਖ ਨਹੀਂ ਜੀ ਹੋ ਸਕਦਾ, ਕਿਉਂਕਿ ਗੁਰੂ ਸਾਹਿਬ ਨੇ ਕਹਿ ਦਿੱਤਾ ਹੈ ਕਿ ਇਹ ਕੜਾ ਉਹ ਨਿਸ਼ਾਨੀ ਹੈ ਜਿਸ ਤੋਂ ਪਤਾ ਲੱਗੇਗਾ ਕਿ ਸਿੱਖ ਜਿਹੜਾ ਹੈ ਨਾ ਵਹਿਮਾਂ ਭਰਮਾਂ ਦੇ ਵਿੱਚ ਫਸਦਾ ਹੀ ਕੋਈ ਨਹੀਂ। ਸੋ ਗੁਰੂ ਨਾਨਕ ਸਾਹਿਬ ਕਹਿੰਦੇ ਜਿਹਨੂੰ ਗੁਰੂ ਮਿਲ ਗਿਆ, ਗੁਰੂ ਨੇ ਉਹਦੇ ਸਾਰੇ ਹੀ ਭਰਮ ਕੱਟ ਦਿੱਤੇ, ਉਹਦੇ ਜੀਵਨ ਦੇ ਵਿੱਚ ਭਰਮਾਂ ਦੀ ਥਾਂ ਹੀ ਕੋਈ ਨਹੀਂ ਰਹਿ ਗਈ। ਉਹ ਬਿਲਕੁਲ ਉਸ ਮਾਲਕ ਦੇ ਨਾਲ ਜੁੜ ਚੁੱਕਾ, ਕਿਉਂਕਿ ਗੁਰੂ ਨੇ ਜੋੜ ਦਿੱਤਾ ਹੈ ਨਾ ਮਾਲਕ ਦੇ ਨਾਲ, ਤੇ ਉਹਦੀ ਨਜ਼ਰ ਦੇ ਵਿੱਚ ਸਭ ਕੁਝ ਚੰਗਾ ਹੈ ਜੀ। ਫਿਰ ਮਾਇਆ, ਇਹ ਭਰਮ ਵੀ ਮਾਇਆ ਦਾ ਇੱਕ ਰੂਪ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਮਾਇਆ ਦਾ ਇੱਕ ਰੂਪ ਨੇ, ਪਰ ਜਦੋਂ ਗੁਰੂ ਦੇ ਨਾਲ ਮੇਲ ਹੋ ਜਾਂਦਾ ਹੈ ਫਿਰ ਇਨਸਾਨ ਇਹਦੇ ਉੱਤੋਂ ਉੱਪਰ ਉੱਠ ਜਾਂਦਾ ਹੈ ਤੇ ਉਹ ਮਾਲਕ ਦੀ ਯਾਦ ਵਿੱਚ ਜੁੜ ਕੇ ਫਿਰ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਐਸੀ ਰਹਿਮਤ ਸਾਡੇ ਉੱਤੇ ਹੋ ਜਾਏ ਮਾਲਕ ਦੀ। ਅਰਦਾਸ ਕਰਿਆ ਕਰੀਏ ਆਪਾਂ ਰੋਜ਼ਾਨਾ ਹੀ, ਜਿੱਥੇ ਬਾਕੀ ਚੀਜ਼ਾਂ ਮੰਗਦੇ ਹਾਂ ਉੱਥੇ ਇਹ ਵੀ ਦਾਤ ਮੰਗ ਲਿਆ ਕਰੀਏ ਕਿ ਮਾਲਕ ਕਿਰਪਾ ਕਰ, ਮੈਂ ਭਰਮਾਂ ਦੇ ਵਿੱਚ ਫਸਿਆ ਪਿਆ ਤੇ ਮੈਨੂੰ ਫਸੇ ਹੋਏ ਨੂੰ ਬਾਹਰ ਕੱਢ ਲਾ। ਤੇ ਜਿਸ ਦਿਨ ਗੁਰੂ ਦੀ ਕਿਰਪਾ ਹੋ ਗਈ, ਇਹਨਾਂ ਭਰਮਾਂ ਦੇ ਜੰਗਲ ਦੇ ਵਿੱਚੋਂ, ਭਰਮਾਂ ਦੇ ਚੁੰਗਲ ਦੇ ਵਿੱਚੋਂ, ਭਰਮਾਂ ਦੇ ਜਾਲ ਦੇ ਵਿੱਚੋਂ ਅਸੀਂ ਬਾਹਰ ਨਿਕਲ ਆਵਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।